ਤਾਂ ਅੱਜ ਦੇ ਕਰੰਟ ਅਫੇਅਰ ਆਪਣੇ 19 ਮਈ 2021 ਦੇ ਸਭ ਤੋਂ ਪਹਿਲਾ ਕਰੰਟ ਅਫੇਅਰ ਹੈ। ਹੁਣ ਦੇਖੋ, ਤੁਸੀਂ ਸੁਣਿਆ ਹੀ ਹੋਊਗਾ ਕਿ ਆਪਣੇ ਅੱਜ ਕੱਲ ਨਵੇਂ ਨਵੇਂ ਜਿੰਨਾ ਕੋਵਿਡ ਫੈਲਦਾ ਜਾ ਰਿਹਾ ਅੱਡ-ਅੱਡ ਦੇਸ਼ਾਂ ਵਿੱਚ, ਉਹਨਾਂ ਦੇ ਅੱਡ-ਅੱਡ ਵੇਰੀਐਂਟ ਬਣਦੇ ਜਾ ਰਹੇ। ਠੀਕ ਹੈ, ਕਦੇ ਸੁਣਿਆ ਹੋਊਗਾ ਕਿ ਆਪਣਾ ਤੁਹਾਡਾ ਦੱਖਣੀ ਅਫਰੀਕਾ ਦਾ ਇੱਕ ਵੇਰੀਐਂਟ ਆ ਗਿਆ, ਕੋਈ ਅਮਰੀਕਾ ਦਾ ਵੇਰੀਐਂਟ ਆ ਗਿਆ, ਕੋਈ ਭਾਰਤ ਦਾ ਵੇਰੀਐਂਟ ਆ ਗਿਆ। ਠੀਕ ਹੈ, ਭਾਰਤ ਦਾ ਜਿਹਨੂੰ ਆਪਾਂ ਕਹਿੰਦੇ ਆ ਕਿ 3 ਵਾਰੀ ਮਿਊਟੇਟ ਹੋਇਆ ਵੇਰੀਐਂਟ ਆ ਗਿਆ। ਤਾਂ ਹੁੰਦਾ ਕੀ ਆ, ਜਿਹੜਾ ਆਪਣਾ ਵਾਇਰਸ ਹੈ ਨਾ, ਇਹ ਵਾਇਰਸ ਦੀ ਨਾ ਆਪਣੇ ਆਪ 'ਚ ਇੱਕ ਚੀਜ਼ ਇਹ ਹੈਗੀ ਹੈ ਕਿ ਵਾਇਰਸ ਲਗਾਤਾਰ ਆਪਣੇ ਅੰਦਰ ਕੋਈ ਨਾ ਕੋਈ ਪਰਿਵਰਤਨ ਕਰਦਾ ਹੀ ਰਹਿੰਦਾ ਹੈ। ਤਾਂ ਹੀ ਜਿਹੜਾ ਆਪਾਂ ਨੂੰ ਹਰ ਸਾਲ ਸਰਦੀ ਜ਼ੁਕਾਮ ਜਿਹੜੀ ਚੀਜ਼ ਹੁੰਦੀ ਹੈ, ਉਹ ਵੀ ਆਪਾਂ ਨੂੰ ਵਾਇਰਸ ਤੋਂ ਹੁੰਦਾ। ਜਿਹੜਾ ਸਰਦੀ ਜ਼ੁਕਾਮ ਹੁੰਦਾ ਉਹ ਇਸੇ ਕਾਰਨ ਆਪਾਂ ਨੂੰ ਕਦੀ ਵੀ ਸਰਦੀ ਜ਼ੁਕਾਮ ਦਾ ਨਾ ਕੋਈ ਪੱਕਾ ਇਲਾਜ ਅੱਜ ਤੱਕ ਨਹੀਂ ਮਿਲਿਆ, ਕਿਉਂਕਿ ਉਹ ਵਾਇਰਸ ਵੀ ਆਪਣੇ ਆਪ ਨੂੰ ਲਗਾਤਾਰ ਬਦਲਦਾ ਰਹਿੰਦਾ, ਪਰਿਵਰਤਨ ਕਰਦਾ ਹੀ ਰਹਿੰਦਾ ਆਪਣੇ ਵਿੱਚ। ਇਸ ਕਾਰਨ ਉਹਦੀ ਕੋਈ ਦਵਾਈ ਨਹੀਂ ਬਣ ਪਾਉਂਦੀ ਚੰਗੀ ਤਰ੍ਹਾਂ। ਠੀਕ ਹੈ, ਜਾਂ ਅਸਰਦਾਰ ਦਵਾਈ ਨਹੀਂ ਬਣ ਪਾਉਂਦੀ। ਤਾਂ ਹੁਣ ਉੱਦਾਂ ਹੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਤੁਹਾਡਾ ਜਿੰਨਾ ਕੋਵਿਡ ਫੈਲਿਆ ਹੋਇਆ, ਠੀਕ ਹੈ, ਕੋਵਿਡ ਦੇ ਵੀ ਇਸੇ ਹਿਸਾਬ ਨਾਲ ਬਹੁਤ ਸਾਰੇ ਵੇਰੀਐਂਟ ਆਉਂਦੇ ਜਾ ਰਹੇ। ਕੋਈ ਭਾਰਤ ਦਾ ਵੇਰੀਐਂਟ, ਕੋਈ ਦੱਖਣੀ ਅਫਰੀਕਾ ਦਾ, ਕੋਈ ਅਮਰੀਕਾ ਦਾ, ਅੱਡ-ਅੱਡ ਵੇਰੀਐਂਟ ਆਉਂਦੇ ਜਾ ਰਹੇ। ਹੁਣ ਇਹਦੇ ਕਾਰਨ ਹੁੰਦਾ ਕੀ ਹੈ, ਜਦੋਂ ਆਪਾਂ ਕਿਸੇ ਦੇਸ਼ ਦਾ, ਹੁਣ ਦੇਖੋ ਤੁਹਾਨੂੰ ਸਟਾਰਟਿੰਗ ਪਤਾ ਹੀ ਹੈ ਕਿ ਜਦੋਂ ਆਹ ਸਾਰਾ ਕਰੋਨਾ ਸ਼ੁਰੂ ਹੋਇਆ, ਇਹ ਹੋਇਆ ਚੀਨ ਤੋਂ ਸੀ। ਪਰ ਚੀਨ ਨੇ ਨਾ ਬਹੁਤ ਜ਼ਿਆਦਾ ਹਿੰਮਤ ਲਾਈ, ਸਾਰੀ ਦੁਨੀਆ ਨੂੰ ਪਿੱਛੇ ਧਕੇਲ ਲਿਆ ਕਿ ਇਸ ਵਾਇਰਸ ਨੂੰ ਚੀਨ ਦਾ ਨਾਮ ਨਹੀਂ ਦੇਣਾ, ਨਾ ਜਿਹੜੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ਉਹਦਾ ਨਾਮ ਦੇਣਾ, ਨਾ ਚੀਨ ਦਾ ਨਾਮ ਦੇਣਾ। ਤੇ ਇਹਦੇ ਕਾਰਨ ਹੁਣ ਹੋ ਕੀ ਰਿਹਾ ਕਿ ਹੁਣ ਜਦੋਂ ਆਪਾਂ ਵੇਰੀਐਂਟ ਆ ਰਹੇ ਆ, ਨਵੇਂ-ਨਵੇਂ ਪਰਿਵਰਤਨ ਤੋਂ ਬਾਅਦ ਜੋ ਨਵੇਂ ਵਾਇਰਸ ਬਣਦੇ ਜਾ ਰਹੇ ਆ, ਹੁਣ ਉਹਨਾਂ ਨੂੰ ਜਦੋਂ ਆਪਾਂ ਦੇਸ਼ਾਂ ਦੇ ਨਾਮ ਨਾਲ ਜੋੜਦੇ ਆ, ਦੇਸ਼ਾਂ ਨੂੰ ਵੀ ਇਹੀ ਚੀਜ਼ ਦੀ ਪ੍ਰੋਬਲਮ ਹੈ। ਕਿਉਂਕਿ ਹੁੰਦਾ ਕੀ ਹੈ, ਜਿਵੇਂ ਹੀ ਤੁਸੀਂ ਕਿਸੇ ਦੇਸ਼ ਦਾ ਨਾਮ ਜੋੜੋਗੇ, ਉਸ ਦੇਸ਼ ਦੇ ਲੋਕਾਂ ਦੇ ਨਾਲ ਨਾ ਸਾਰੀ ਦੁਨੀਆ ਭੇਦਭਾਵ ਕਰਨ ਲੱਗ ਜਾਂਦੀ ਹੈ। ਕਿਉਂਕਿ ਹੁੰਦਾ ਕੀ ਹੈ, ਹੁਣ ਕੋਈ ਵੀ ਆਪਣੇ ਜਿਵੇਂ ਭਾਰਤ ਦਾ ਕੋਈ ਵੀ ਵਾਸੀ ਬਾਹਰ ਜਾਊਗਾ, ਸਾਰਿਆਂ ਨੂੰ ਲੱਗੂਗਾ ਕਿ ਇਹ ਬੰਦਾ ਆਪਣੇ ਨਾਲ। ਹਾਂਜੀ ਹਾਂਜੀ, ਹਾਂ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸੌਰੀ ਸਰ, ਕਲਾਸ 'ਚ ਹੋਣ ਆਇਆ ਮੈਂ। ਸਰ ਇਸ ਤੋਂ ਪਹਿਲਾਂ ਕਿਹੜੀ ਕਲਾਸ ਲੱਗੀ ਸੀ? ਇਹ ਤੋਂ ਪਹਿਲਾਂ ਜੀ ਤੁਹਾਡੀ ਹਿਸਟਰੀ ਦੀ ਕਲਾਸ ਲੱਗ ਰਹੀ ਸੀ। ਚਲੋ ਠੀਕ ਹੈ ਸਰ, ਦੇਖ ਲਵਾਂ ਬਾਅਦ 'ਚ ਮੈਂ। ਚਲੋ ਥੈਂਕ ਯੂ ਸਰ। ਠੀਕ ਹੈ ਜੀ, ਹੁਣੇ ਆਪਾਂ ਕਰੰਟ ਅਫੇਅਰ ਕਰ ਰਹੇ ਹਾਂ। ਓਕੇ ਸਰ। ਤਾਂ ਹੁਣ ਜਿਵੇਂ ਆਪਣੇ ਭਾਰਤ ਦੇ ਨਾਗਰਿਕ ਹੁਣ ਜਿਹੜੇ ਬਾਹਰ ਰਹਿ ਵੀ ਰਹੇ ਆ ਜਾਂ ਕੋਈ ਘੁੰਮਣ ਜਾਂਦਾ ਹੈ, ਹੁਣ ਲੋਕਾਂ ਦੇ ਮਨ ਵਿੱਚ ਹਮੇਸ਼ਾ ਇਹ ਆਸ਼ੰਕਾ ਰਹਿੰਦੀ ਹੈ ਕਿ ਇਸ ਬੰਦੇ ਨੂੰ ਵੀ ਉਹ ਵਾਇਰਸ ਨਾ ਹੋਵੇ। ਤਾਂ ਹੁੰਦਾ ਕੀ ਹੈ, ਉਹਨਾਂ ਦੇ ਖਿਲਾਫ ਭੇਦਭਾਵ ਕਰਨ ਲੱਗ ਜਾਂਦੇ ਸਾਰੇ। ਤਾਂ ਇਸ ਕਾਰਨ ਹੁਣ ਸਾਰੇ ਦੇਸ਼ ਕਹਿ ਕੀ ਰਹੇ ਆ ਕਿ ਇਹਨਾਂ ਨੂੰ ਸਾਡਾ ਨਾਮ ਨਾ ਦਿਓ। ਇਸੇ ਲਈ ਹੁਣ ਜਿਹੜਾ ਤੁਹਾਡਾ ਪੂਰੀ ਦੁਨੀਆ ਦੀ ਜਿਹੜੀ ਇਹ ਸਭ ਕੁਝ ਸਾਰੀ ਦੁਨੀਆ 'ਚ ਨਾਮ ਦੇਣਾ, ਇਹ ਸਭ ਕੁਝ ਕਰਨਾ, ਜਿਹਦਾ ਕੰਮ ਹੈ ਉਹ ਹੈਗੀ ਹੈ ਤੁਹਾਡੀ WHO, ਜਿਹਨੂੰ ਆਪਾਂ ਪੰਜਾਬੀ ਵਿੱਚ ਕਵਾਂਗੇ ਵਿਸ਼ਵ ਸਿਹਤ ਸੰਗਠਨ। ਠੀਕ ਹੈ, WHO। ਹੁਣ WHO ਕੀ ਕਰ ਰਹੀ ਹੈ? WHO ਨੇ ਕਿਹਾ ਕਿ ਅਸੀਂ ਵਾਇਰਸ ਨੂੰ, ਵੈਸੇ ਵਾਇਰਸ ਨੂੰ ਹਮੇਸ਼ਾ ਨਾਮ ਦਿੱਤਾ ਜਾਂਦਾ ਹੈ, ਪਰ ਉਹ ਨਾਮ ਨਾ ਹਮੇਸ਼ਾ ਕੋਈ ਸਾਇੰਟੀਫਿਕ ਨਾਮ ਹੁੰਦਾ ਹੈ। ਜਿਵੇਂ ਜਿੰਨੇ ਵੀ ਆਹ ਆਪਣੇ ਪਰਿਵਰਤਨ ਨਾਲ ਜਿੰਨੇ ਵੇਰੀਐਂਟ ਬਣਦੇ ਜਾ ਰਹੇ, ਇਹਨਾਂ ਦੇ ਨਾ ਇਦਾਂ ਦੇ ਕੁਝ ਨਾਮ ਹੁੰਦੇ, 1.175 ਇਦਾਂ ਦੇ ਕਰਕੇ ਨਾਮ ਹੁੰਦੇ ਇਹਨਾਂ ਦੇ। ਠੀਕ ਹੈ, 1.1351। ਹੁਣ ਗੱਲ ਇਹ ਕੀ ਹੈ ਕਿ ਜੇ ਆਪਾਂ ਇਦਾਂ ਵਾਇਰਸ ਨੂੰ ਨਾਮ ਦੇਵਾਂਗੇ, ਕਿਸੇ ਨੂੰ ਯਾਦ ਨਹੀਂ ਹੁੰਦੇ, ਕਿਸੇ ਦੇ ਦਿਮਾਗ ਵਿੱਚ ਇਹ ਨਾਮ ਰਹਿੰਦੇ ਨਹੀਂ ਹੈ। ਠੀਕ ਹੈ, ਖੁਦ ਤੁਹਾਨੂੰ ਆਪਾਂ ਆਪਸ 'ਚ ਗੱਲ ਕਰ ਰਹੇ ਹੋਈਏ, ਕਿਸੇ ਆਮ ਬੰਦੇ ਨਾਲ ਗੱਲ ਕਰੀਏ, ਹੁਣ ਜਿਹੜਾ ਸਾਇੰਟਿਸਟ ਹੈ ਉਹਨੂੰ ਤਾਂ ਪਤਾ ਹੀ ਹੋਊਗਾ, ਜਿਹੜਾ ਵਿਗਿਆਨਿਕ ਉਹਨੂੰ ਤਾਂ ਪਤਾ ਹੀ ਹੋਊਗਾ। ਜੇ ਆਪਾਂ ਆਮ ਬੰਦਿਆਂ ਤੋਂ ਪੁੱਛੀਏ ਕਿ ਯਾਰ ਅੱਜ ਕੱਲ ਇਸ ਵਾਲੇ ਇਲਾਕੇ 'ਚ B.1.175 ਵਾਇਰਸ ਫੈਲਿਆ ਹੋਇਆ, ਦੂਜੇ ਨੂੰ ਪਤਾ ਹੀ ਨਹੀਂ ਹੋਊਗਾ ਕਿਹੜੇ ਵਾਇਰਸ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਤਾਂ ਹੁਣ ਜਿਹੜੇ ਆਪਣੇ ਕਰੋਨਾ ਦੇ ਜਾਂ ਕੋਵਿਡ ਦੇ ਅੱਡ-ਅੱਡ ਵੇਰੀਐਂਟ ਘੁੰਮ ਰਹੇ ਆ, ਅੱਡ-ਅੱਡ ਪਰਿਵਰਤਨ ਨਾਲ ਜਿਹੜੇ ਵਾਇਰਸ ਬਦਲੀ ਜਾ ਰਹੇ ਉਹ ਘੁੰਮ ਰਹੇ ਆ, ਉਹਨਾਂ ਦੀ ਗੱਲ ਆਪਾਂ ਕਿੱਦਾਂ ਕਰਾਂਗੇ, ਲੋਕਾਂ ਤੱਕ ਕਿੱਦਾਂ ਫੈਲਾਵਾਂਗੇ ਕਿ ਆਹ ਵਾਲੇ ਵਾਇਰਸ ਤੋਂ ਇੰਨਾ ਬਚ ਕੇ ਰਹਿਣ ਦੀ ਲੋੜ ਹੈ। ਠੀਕ ਹੈ, ਜਿਵੇਂ ਹੁਣ ਕੱਲ ਦੀ ਖਬਰ ਸੀ, ਤੁਹਾਡੇ ਅਰਵਿੰਦ ਕੇਜਰੀਵਾਲ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਿੰਗਾਪੁਰ ਤੋਂ ਫਲਾਈਟਾਂ ਬੰਦ ਕਰ ਦਿਓ, ਕਿਉਂਕਿ ਸਿੰਗਾਪੁਰ 'ਚ ਹੁਣ ਇੱਕ ਨਵਾਂ ਵੇਰੀਐਂਟ ਹੈ ਜਿਹੜਾ ਹੁਣ ਬੱਚਿਆਂ ਨੂੰ ਇਫੈਕਟ ਕਰੂਗਾ। ਠੀਕ ਹੈ, ਤਾਂ ਉੱਥੋਂ ਦੀ ਹੁਣ ਕੋਈ ਆਉਂਦਾ ਤਾਂ ਉਹ ਛੋਟੇ ਬੱਚਿਆਂ ਨੂੰ ਇਫੈਕਟ ਕਰਨ ਵਾਲਾ ਵੇਰੀਐਂਟ ਹੈ। ਤਾਂ
ਪਹਿਲਾਂ ਬੱਚੇ ਨਹੀਂ ਇੰਨੇ ਅਸਰ ਚਾਹੁੰਦੇ ਸੀ, ਪਰ ਹੁਣ ਇਹ ਚੀਜ਼ ਸਾਹਮਣੇ ਦਿਖ ਰਹੀ ਹੈ। ਠੀਕ ਹੈ, ਤਾਂ ਇਹ ਜਿਹੜੀ ਚੀਜ਼ ਹੈ, ਇਹ ਜਿਹੜਾ ਪੂਰੀ ਚੀਜ਼ ਹੈ, ਹੁਣ ਇਹਨਾਂ ਨੂੰ ਇਦਾਂ ਦਾ ਕੋਈ ਨਾਮ ਦੇਣਾ ਜਿਹੜਾ ਦੇਸ਼ਾਂ ਨਾਲ ਵੀ ਨਾ ਜੁੜਿਆ ਹੋਵੇ ਤੇ ਜਿਹੜਾ ਆਮ ਲੋਕਾਂ ਨੂੰ ਸਮਝ ਵੀ ਆਵੇ। ਤਾਂ ਇਹ WHO ਉਹੀ ਤਰੀਕਾ ਅਪਣਾਉਣ ਲੱਗਿਆ, ਜਿਵੇਂ ਆਪਾਂ ਆਪਣੇ ਜਿਹੜੇ ਤੂਫਾਨ ਹੁੰਦੇ ਆ, ਚੱਕਰਵਾਤ ਆ, ਉਹਨਾਂ ਨੂੰ ਜਿਵੇਂ ਆਪਾਂ ਨਾਮ ਦਿੰਨੇ ਆ, ਉਸੇ ਤਰੀਕੇ ਨਾਲ ਇਹਨਾਂ ਨੂੰ ਨਾਮ ਦਿੱਤੇ ਜਾਣਗੇ। ਹੁਣ ਆਪਾਂ ਨਾਮ ਦਿੰਨੇ ਕਿੱਦਾਂ ਜਿਹੜੇ ਆਪਣੇ ਚੱਕਰਵਾਤ ਹੈ? ਹੁਣੇ ਵੀ ਇੱਕ ਤੂਫਾਨ ਆਇਆ ਹੋਇਆ ਨਾ ਆਪਣੇ ਮੁੰਬਈ ਗੁਜਰਾਤ ਪਾਸੇ, ਕੀ ਨਾਮ ਹੈ ਉਹਦਾ, ਜੇ ਕਿਸੇ ਨੂੰ ਪਤਾ ਤਾਂ? ਤਾਊ ਸਰ। ਹਾਂ, ਤੋਤੇ। ਠੀਕ ਹੈ, ਇਹ ਨਾਮ ਨਾ ਮਿਆਂਮਾਰ ਤੋਂ ਆਇਆ ਹੋਇਆ, ਮਿਆਂਮਾਰੀ ਉੱਥੋਂ ਦੀ ਲੈਂਗੁਏਜ ਦਾ ਹੈ। ਠੀਕ ਹੈ, ਉੱਥੋਂ ਦੀ ਭਾਸ਼ਾ ਦਾ ਇਹ ਸ਼ਬਦ ਹੈ ਤੋਤੇ। ਤੇ ਇਹ ਨਾਮ ਤੂਫਾਨਾਂ ਨੂੰ ਦਿੱਤੇ ਕਿੱਦਾਂ ਜਾਂਦੇ ਆ? ਜਿਹੜਾ ਵੀ ਜਦ ਵੀ ਕੋਈ ਵੀ ਚੱਕਰਵਾਤ ਆਉਂਦਾ ਹੈ, ਦੁਨੀਆ ਵਿੱਚ ਇੱਕ ਫੇਰ ਬੋਡੀ ਹੈ ਜਿਹਨੂੰ ਕਹਿੰਦੇ ਆ ਮੌਸਮ ਵਿਗਿਆਨ ਸੰਗਠਨ। ਮੌਸਮ ਵਿਗਿਆਨ ਸੰਗਠਨ। ਹੁਣ ਜਿਹੜੀ ਆਹ ਬੋਡੀ ਹੈ, ਇਹਨੇ ਕੀ ਕੀਤਾ? ਇੰਗਲਿਸ਼ ਇਹਨੂੰ ਕਹਿੰਦੇ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ, WMO। ਠੀਕ ਹੈ, ਮੌਸਮ ਵਿਗਿਆਨ ਸੰਗਠਨ। ਇਹ ਜਿਹੜੀ ਬੋਡੀ ਬਣੀ ਹੋਈ ਹੈ, WMO ਜਿਹੜੀ ਬੋਡੀ ਹੈ, ਇਹ ਕਰਦੀ ਕੀ ਹੈ? ਇਹਨੇ ਕੀ ਕੀਤਾ? ਪੂਰੇ ਦੇ ਪੂਰੇ ਦੁਨੀਆ ਨੂੰ 6 ਹਿੱਸਿਆਂ ਵਿੱਚ ਵੰਡਤਾ। 2004 ਵਿੱਚ ਕੀਤਾ ਸੀ। ਪੂਰੇ ਦੁਨੀਆ ਨੂੰ 6 ਖੇਤਰਾਂ ਵਿੱਚ ਵੰਡਤਾ। ਠੀਕ ਹੈ, ਹੁਣ ਜਿਵੇਂ ਪਲੇਨ ਸ਼ੀਟ ਉੱਤੇ ਸਮਝਾਣਾ ਮੈਂ। ਹੁਣ ਕਿਉਂਕਿ ਇਹ ਆਂਦੇ ਜਿੰਨੇ ਵੀ ਚੱਕਰਵਾਤ ਹੈ, ਇਹ ਹਮੇਸ਼ਾ ਸਮੁੰਦਰ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਆ, ਤਾਂ ਆਪਾਂ ਲਗਾਈਏ ਰਫ ਸ਼ੇਪ ਵਿੱਚ। ਚਲੋ ਆ ਤੁਹਾਡਾ ਅਮਰੀਕਾ ਤੇ ਕੈਨੇਡਾ ਹੋ ਗਿਆ, ਥੱਲੇ ਆਹ ਤੁਹਾਡਾ ਬਸ ਰਫ ਸ਼ੇਪ 'ਚ ਹੀ ਬਣਾ ਰਹੇ ਆ, ਸਾਊਥ ਅਮਰੀਕਾ ਹੋ ਗਿਆ, ਆ ਤੁਹਾਡਾ ਅਫਰੀਕਾ ਹੋ ਗਿਆ। ਠੀਕ ਹੈ, ਅਰੇਬੀਆ, ਆਪਣਾ ਭਾਰਤ ਆ ਗਿਆ, ਇੱਥੋਂ ਦੀ ਚੀਨ ਵੱਲ ਨੂੰ ਚਲੇ ਜਾਈਏ। ਠੀਕ ਹੈ, ਘੁੰਮ ਕੇ ਆ ਸਾਰਾ ਤੁਹਾਡਾ ਯੂਰਪ ਹੋ ਗਿਆ, ਆ ਥੱਲੇ ਆਸਟ੍ਰੇਲੀਆ। ਹੁਣ ਇਹਨੇ ਕੀ ਕੀਤਾ? ਇਹਨੇ ਪੂਰੀ ਦੁਨੀਆ ਨੂੰ ਨਾ 6 ਹਿੱਸਿਆਂ ਵਿੱਚ ਵੰਡਤਾ ਸਮੁੰਦਰਾਂ ਦੇ ਅਕੋਰਡਿੰਗ। ਇੱਦਾਂ ਕਰਕੇ ਅੱਡ-ਅੱਡ ਲਾਈਨਾਂ ਖਿੱਚਦੀਆਂ। ਇੱਥੇ ਹੁਣ ਜਿਹੜਾ ਵੀ ਦੇਸ਼ ਹੁਣ ਵਿੱਚ ਪੈ ਗਏ, ਉਹਨਾਂ ਦੇ ਮੁਤਾਬਿਕ ਜਿਹੜੀ ਸਭ ਤੋਂ ਉੱਥੇ ਵੱਡੀ ਮਤਲਬ ਸਭ ਤੋਂ ਜ਼ਰੂਰੀ ਕੰਟਰੀ ਸੀ, ਇੱਦਾਂ ਦਾ ਦੇਸ਼ ਜਿਹਦੇ ਕੋਲੇ ਉੱਥੇ ਇੱਦਾਂ ਦੇ ਵਿਗਿਆਨਿਕ ਤਰੱਕੀ ਹੈਗੀ ਹੈ ਕਿ ਉਹ ਤੂਫਾਨ ਨੂੰ ਦੇਖ ਸਕਣ, ਤੂਫਾਨ ਦਾ ਪਤਾ ਲਗਾ ਸਕਣ ਕਿ ਤੂਫਾਨ ਕਿਸ ਪਾਸੇ ਨੂੰ ਜਾ ਰਿਹਾ, ਤੇ ਜਿਹੜੇ ਦੇਸ਼ਾਂ ਨੂੰ ਉਹ ਹਿੱਟ ਕਰਨ ਵਾਲਾ ਹੈ ਉਹਨਾਂ ਨੂੰ ਪਹਿਲਾਂ ਹੀ ਦੱਸ ਦੇਣ ਕਿ ਆ ਤੂਫਾਨ ਤੁਹਾਡੇ ਵੱਲ ਆ ਰਿਹਾ। ਤਾਂ ਆਪਣੇ ਆ ਜਿਹੜੇ 6 ਖੇਤਰ ਬਣੇ ਆ, ਉਹਦੇ ਵਿੱਚੋਂ ਇੱਕ ਖੇਤਰ ਆਪਣਾ ਵੀ ਆਉਂਦਾ ਜਿਹਦੀ ਜ਼ਿੰਮੇਵਾਰੀ ਭਾਰਤ ਉੱਤੇ ਆ। ਠੀਕ ਹੈ, ਕਿਉਂਕਿ ਆਪਾਂ ਆਪਣੇ ਇਲਾਕੇ ਵਿੱਚ ਸਭ ਤੋਂ ਵੱਡੇ ਦੇਸ਼ ਆ, ਆਪਣੇ ਤੇ 13 ਦੇਸ਼ਾਂ ਦੀ ਜ਼ਿੰਮੇਵਾਰੀ ਆਉਂਦੀ ਹੈ। ਠੀਕ ਹੈ, ਇਹ ਜ਼ਿੰਮੇਵਾਰੀ ਆਪਣੇ ਇੱਥੇ ਭਾਰਤ ਮੌਸਮ ਵਿਭਾਗ ਨਿਭਾਉਂਦਾ ਹੈ, ਜਿਹੜਾ ਦਿੱਲੀ ਵਿੱਚ ਹੈ। ਠੀਕ ਹੈ, ਜਿਹਨੂੰ ਇੰਗਲਿਸ਼ ਵਿੱਚ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਕਹਿੰਦੇ ਆ। ਕਈ ਵਾਰੀ ਤੁਸੀਂ ਅਖਬਾਰਾਂ 'ਚ ਡਾਇਰੈਕਟਲੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਪੜ੍ਹੋਗੇ। ਮੈਟਰੋਲੋਜੀਕਲ, ਵੈਸੇ ਤੁਹਾਨੂੰ ਇੰਗਲਿਸ਼ ਦੇ ਇਸ ਵਰਡ ਦਾ ਮਤਲਬ ਦੱਸ ਦੇਣਾ। ਮੈਟਰੋਲੋਜੀਕਲ ਕਦੀ ਵੀ ਵਰਡ ਪੜ੍ਹੋਗੇ ਨਾ, ਇਹਦਾ ਮਤਲਬ ਹੈ ਕੋਈ ਵੀ ਇੱਦਾਂ ਦੀ ਬੋਡੀ, ਮਤਲਬ ਕੋਈ ਵੀ ਇੱਦਾਂ ਦੀ ਚੀਜ਼ ਜੋ ਮੌਸਮ ਦੀ ਸਟੱਡੀ ਕਰਦੀ ਹੈ ਕਿ ਅੱਜ ਹਵਾ ਚੱਲਣੀ ਹੈ, ਕਿਸ ਪਾਸੋਂ ਚੱਲਣੀ ਹੈ, ਬਾਰਿਸ਼ ਹੋਣੀ ਹੈ, ਕਿੱਥੇ ਹੋਣੀ ਹੈ, ਕਿੰਨੀ ਬਾਰਿਸ਼ ਹੋਣੀ ਹੈ। ਇਹ ਸਾਰਾ ਕੰਮ ਇੰਡੀਆ ਵਿੱਚ ਨਾ ਆਹ IMD ਕਰਦੀ ਆ, ਸਾਰਾ ਕੰਮ ਇਹ IMD ਕਰਦੀ ਆ। ਤਾਂ ਇਹ 13 ਦੇਸ਼ਾਂ ਨੂੰ, ਜਿਹਦੇ ਵਿੱਚ ਭਾਰਤ ਵੀ ਇੱਕ ਦੇਸ਼ ਹੈ, 13 ਟੋਟਲ ਕਰਕੇ, ਇਹ 13 ਦੇਸ਼ਾਂ ਨੂੰ ਵਾਰਨ ਕਰਨਾ, ਕੋਈ ਚੇਤਾਵਨੀ ਦੇਣਾ, ਕਿੱਥੇ ਤੂਫਾਨ ਆ ਰਿਹਾ, ਕਿੰਨਾ ਤਬਾਹੀ ਮਚਾ ਸਕਦਾ ਹੈ, ਉਹਦੀ ਸਾਰੀ ਚੇਤਾਵਨੀ ਦੇਣਾ ਇਸ ਬੋਡੀ ਦਾ ਕੰਮ ਹੈ। ਪਰ ਆਪਣੇ ਅੰਦਰ ਕਿਹੜਾ ਖੇਤਰ ਆਉਂਦਾ? ਆਪਣੇ ਥੱਲੇ ਉੱਤਰੀ ਹਿੰਦ ਮਹਾਸਾਗਰ ਵਾਲਾ ਹਿੱਸਾ ਆਉਂਦਾ। ਠੀਕ ਹੈ, ਯਾਨੀ ਕਿ ਆ ਆਪਣਾ ਭਾਰਤ ਦਾ ਥੱਲੇ ਵਾਲਾ ਹਿੱਸਾ ਜਿਹੜਾ ਜਿੱਥੇ ਪਾਣੀ ਲੱਗਦਾ ਆਪਾਂ ਨੂੰ ਆਸ-ਪਾਸ, ਇਹਦੇ ਨਾਲ ਆ ਪਾਕਿਸਤਾਨ ਦਾ ਏਰੀਆ ਆ ਗਿਆ। ਪਾਕਿਸਤਾਨ ਦੇ ਨਾਲ ਇੱਧਰ ਆਹ ਓਮਾਨ ਤੇ ਯਮਨ ਵਰਗੇ ਦੇਸ਼ ਹੈ, ਯਾਨੀ ਕਿ ਇੱਧਰ ਅਰੇਬੀਅਨ ਸੀ ਹੈ ਜਿਹੜਾ, ਤੇ ਆਪਣਾ ਇੱਧਰ ਬੇ ਆਫ ਬੰਗਾਲ ਹੈ। ਠੀਕ ਹੈ, ਬੰਗਾਲ ਦੀ ਖਾੜੀ ਹੈ ਤੇ ਆਪਣਾ ਅਰਬੀ ਮਹਾਸਾਗਰ ਹੈ। ਇਹ ਦੋਨੋਂ ਸਾਈਡ ਆਪਣੀ ਜ਼ਿੰਮੇਵਾਰੀ ਪੈਂਦੀ ਹੈ। ਇੱਥੇ ਕੋਈ ਵੀ ਤੂਫਾਨ ਆਊਗਾ, ਚਾਹੇ ਇਸ ਪਾਸੇ ਨੂੰ ਆ ਰਿਹਾ ਹੋਵੇ, ਚਾਹੇ ਇੱਥੇ ਜਾ ਰਿਹਾ ਹੋਵੇ,
ਇਹ ਸਾਰੇ ਦੀ ਸਾਰੀ ਆਪਾਂ ਦੇਖ ਕੇ ਚੇਤਾਵਨੀ ਦੇਣੀ ਹੈ। ਹੁਣ ਤੁਹਾਨੂੰ ਪੇਪਰ ਲਈ ਇੱਕ ਚੀਜ਼ ਹੋਰ ਯਾਦ ਕਰਨੀ ਇਹਦੇ ਨਾਲ ਜ਼ਰੂਰੀ ਹੈ, ਇਹ 13 ਦੇਸ਼ ਕਿਹੜੇ ਪੈਂਦੇ ਆ। ਇਹ 13 ਦੇਸ਼ਾਂ ਦਾ ਇੱਥੇ ਨਾਮ ਲਿਖਿਆ ਹੋਇਆ, ਇੱਕ ਮਿੰਟ ਆ ਦੇਖिए, ਸਾਊਦੀ ਅਰਬ, ਕਤਰ, ਪਾਕਿਸਤਾਨ, ਓਮਾਨ, ਆ ਸਾਰੇ ਦੇਸ਼ਾਂ ਦਾ, ਯਮਨ, ਇੱਥੇ ਸਾਰੇ ਦੇਸ਼ਾਂ ਦਾ ਨਾ ਨਾਮ ਲਿਖਿਆ ਹੋਇਆ। ਇਹ 13 ਦੇ 13 ਦੇਸ਼, ਭਾਰਤ, ਈਰਾਨ, ਆ ਸਾਰੇ ਜਿੰਨੇ ਵੀ ਦੇਸ਼ ਹੈ, ਇਹਨਾਂ ਦਾ ਨਾਮ ਆਪਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਕਿ ਤੁਹਾਨੂੰ ਸਿੱਧਾ ਕੁਐਸਚਨ ਆ ਸਕਦਾ ਕਿ ਕਿਹੜੇ 13 ਦੇਸ਼ ਹੈ ਜਿਨ੍ਹਾਂ ਤੇ ਚੱਕਰਵਾਦ ਦੀ ਚੇਤਾਵਨੀ ਦੇਣਾ, ਉਹਨਾਂ ਨੂੰ ਮੋਨੀਟਰ ਕਰਨ ਦੀ ਜ਼ਿੰਮੇਵਾਰੀ ਭਾਰਤ ਦੀ ਹੈ। ਤਾਂ ਆਹ 13 ਦੇਸ਼ਾਂ ਵਿੱਚੋਂ ਤੁਹਾਨੂੰ ਅੱਡ-ਅੱਡ ਆਪਸ਼ਨ ਆ ਸਕਦੇ, ਤੁਹਾਨੂੰ ਇਹ 13 ਦੇਸ਼ਾਂ ਵਿੱਚੋਂ ਚੁਣਨਾ ਪੈਣਾ ਕਿ ਕਿਹੜੇ ਕਿਹੜੇ ਸਹੀ ਹੈ। ਤਾਂ ਆਪਾਂ ਨੂੰ ਇਹ ਸਾਰੀ ਚੀਜ਼ ਯਾਦ ਕਰਨੀ ਹੈ। ਹੁਣ ਹੁੰਦਾ ਕੀ ਹੈ, ਹੁਣ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਭਾਰਤ ਜੇ ਚੇਤਾਵਨੀ ਦੇ ਰਿਹਾ ਤਾਂ ਭਾਰਤ ਆਪਣੀ ਮਰਜ਼ੀ ਨਾਲ ਨਾਮ ਰੱਖੂਗਾ। ਇਹ 13 ਜਿਹੜੇ ਦੇਸ਼ ਹੈ, ਇਹ 13 ਦੇਸ਼ਾਂ ਤੋਂ 13 ਨਾਮ ਮੰਗਵਾਏ ਜਾਂਦੇ ਆ। ਜਿਵੇਂ ਹੁਣੇ ਤੂਫਾਨ ਚਾਹੇ ਭਾਰਤ ਵਿੱਚ ਆਇਆ, ਮੈਂ ਹੁਣੇ ਤੁਹਾਨੂੰ ਦੱਸਿਆ ਤੋਤੇ ਜਿਹੜਾ ਨਾਮ ਹੈ ਇਹ ਇੱਕ ਮਿਆਂਮਾਰ ਦਾ ਨਾਮ ਹੈ, ਠੀਕ ਹੈ। ਤਾਂ ਹੋਇਆ ਕੀ ਹੈ, ਸਾਰੇ 13 ਦੇਸ਼ਾਂ ਤੋਂ 13 ਨਾਮ ਮੰਗੇ ਗਏ ਹੈ। ਇਹ ਜਿਹੜੇ ਨਾਮ ਹੈ ਇਹ ਕੋਈ ਪੋਲੀਟੀਕਲ ਨਾਮ ਨਹੀਂ ਹੋਣਾ ਚਾਹੀਦਾ, ਕਿਸੇ ਧਰਮ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ, ਠੀਕ ਹੈ। ਬਿਲਕੁਲ ਇਦਾਂ ਦਾ ਨਾਮ ਜੋ ਕਿਸੇ ਨੂੰ ਮਤਲਬ ਠੇਸ ਨਾ ਪਹੁੰਚਾਵੇ, ਕਿਸੇ ਨੂੰ ਉਹ ਚੀਜ਼ ਚੁਭੇ ਨਾ ਕਿ ਆਹ ਨਾਮ ਕਿਉਂ ਰੱਖਿਆ। ਇਦਾਂ ਦੇ ਨਾਮ ਚੁਣੇ ਜਾਂਦੇ ਆ, ਠੀਕ ਹੈ। ਜਿਵੇਂ ਆਪਾਂ ਹਾਂਜੀ ਹਾਂਜੀ ਸਰ ਦੀ ਪੀਡੀਐਫ ਮਿਲੂਗੀ, ਪੀਡੀਐਫ? ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ ਗਰੁੱਪ 'ਚ ਹੈਗੀ ਆ ਪੀਡੀਐਫ ਵੀ। ਗਰੁੱਪ 'ਚ ਪਾਓ? ਹਾਂਜੀ ਹਾਂਜੀ ਗਰੁੱਪ 'ਚ ਇਹਦੀ ਪੀਡੀਐਫ ਵੀ ਹੈਗੀ ਹੈ। ਤੁਸੀਂ ਇਹ ਰਾਤੀ ਦੋ ਵਾਰ ਪੜ੍ਹਨੀ ਹੈ, ਤਾਂ ਹੀ ਮੈਂ ਤੁਹਾਨੂੰ ਹੁਣੇ ਸਾਰੇ ਸਮਝਾ ਰਿਹਾ। ਦੋ ਵਾਰ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ। ਥੈਂਕ ਯੂ, ਸੌਰੀ ਸਰ। ਹਾਂਜੀ ਕੋਈ ਗੱਲ ਨਹੀਂ, ਜਦ ਵੀ ਕਿਸੇ ਨੂੰ ਵੀ ਕੁਝ ਵੀ ਪੁੱਛਣਾ ਹੈ ਪੁੱਛ ਲਿਓ, ਆਪਣੀ ਇਹੀ ਫ੍ਰੀ ਫਲੋ ਦੀ ਪੂਰੀ ਕਲਾਸ ਹੈ। ਤੇ ਸਾਰੇ 13 ਦੇਸ਼ਾਂ ਤੋਂ 13 ਨਾਮ ਮੰਗਾ ਕੇ ਹੁਣ ਇੱਕ ਲਿਸਟ ਬਣਾ ਲਈ ਗਈ ਹੈ 169 ਨੇਮ ਦੀ। ਇਹ ਜਿਹੜੇ ਨਾਮ ਆ ਇੱਕ ਇੱਕ ਕਰਕੇ ਹੁਣ ਇੱਕ ਪੂਰੀ ਵੱਡੀ ਲਿਸਟ ਬਣ ਜਾਂਦੀ ਹੈ। ਇੱਥੇ 13 ਕਰਕੇ ਤਾਂ ਸਾਰੇ ਨਾਮ ਲਿਖੇ ਹੋਏ ਆ। ਹੁਣ ਜਿਹੜਾ ਵੀ ਤੂਫਾਨ ਆਉਂਦਾ ਜਾਊਗਾ, ਇੱਥੇ ਆਪਾਂ ਨਾਮ ਕੱਟਦੇ ਜਾਂਦੇ ਆ ਕਿ ਇੱਕ ਤੂਫਾਨ ਨੂੰ ਬਸ ਇੱਕ ਵਾਰੀ ਉਹ ਨਾਮ ਦਿੱਤਾ ਜਾਂਦਾ। ਉਹ ਨਾਮ ਉਸ ਤੋਂ ਬਾਅਦ ਬਸ ਖਤਮ ਹੋ ਗਿਆ, ਉਹ ਹਿਸਟਰੀ ਵਿੱਚ ਕਦੀ ਵੀ ਅੱਗੇ ਵੀ ਕਦੀ ਦੁਬਾਰਾ ਦਿੱਤਾ ਨਹੀਂ ਜਾਊਗਾ, ਬਸ ਉਹ ਖਤਮ ਹੋ ਜਾਂਦਾ ਉੱਥੇ। ਤਾਂ ਇਦਾਂ ਕਰਕੇ ਪੂਰੀ ਲਿਸਟ ਚੱਲਦੀ ਰਹਿੰਦੀ। ਜਿਵੇਂ ਭਾਰਤ ਨੇ ਕੁਝ ਨਾਮ ਜਿਵੇਂ ਦਿੱਤੇ ਆ, ਉਹ 'ਚ ਗਤੀ ਦਿੱਤਾ, ਠੀਕ ਹੈ। ਇਦਾਂ ਦੇ ਕੁਝ ਨਾਮ ਆਪਾਂ ਵੀ ਦਿੱਤੇ ਆ। ਉਹ ਅੱਗੇ ਜਾ ਕੇ ਸ਼ਾਇਦ ਗਤੀ ਦਾ ਜਿਹੜਾ ਤੂਫਾਨ ਹੈ ਉਹ ਸ਼੍ਰੀਲੰਕਾ ਆ ਰਿਹਾ ਹੋਵੇ ਜਾਂ ਪਾਕਿਸਤਾਨ ਆ ਰਿਹਾ ਹੋਵੇ, ਪਰ ਉਹ ਨਾਮ 'ਚ ਲਿਸਟ 'ਚ ਅਗਲਾ ਨਾਮ ਆਪਣਾ ਦਿੱਤਾ ਹੋਇਆ ਪੈਂਦਾ, ਤਾਂ ਆਪਣਾ ਨਾਮ ਉਹ ਤੂਫਾਨ ਨੂੰ ਦਿੱਤਾ ਜਾਊਗਾ। ਤਾਂ ਇਸ ਲਈ ਇੱਕ ਪੂਰਾ ਇਲਾਕਾ ਖੁਦ ਮਿਲ ਕੇ ਆਪਣੇ ਨਾਮ ਦੀ ਲਿਸਟ ਬਣਾਉਂਦਾ, ਇੱਕ ਇੱਕ ਕਰਕੇ ਨਾਮ ਦਿੰਦੇ ਰਹਿੰਦੇ ਆ। ਆਪਣਾ ਇੱਥੇ ਜਿਹੜਾ IMD ਹੈ ਉਹ ਵਾਰਨਿੰਗ ਦਿੰਦਾ ਹੈ, 6 ਖੇਤਰ ਹੈ, ਆਹ 13 ਦੇਸ਼ਾਂ ਦੇ ਨਾਮ ਯਾਦ ਕਰਨੇ। ਇਹੀ ਸਾਰੇ ਕੁਐਸਚਨ ਬਣਦੇ, ਆਪਾਂ ਇਹੀ ਸਾਰੇ ਕੁਐਸਚਨ ਕਰ ਲੈਣੇ ਆ। ਰੋਜ਼ ਦੇ ਰੋਜ਼ PDF ਤੇ ਕਰੰਟ ਅਫੇਅਰ ਪੜ੍ਹਦੇ ਰਹੋ, ਤੁਹਾਨੂੰ ਨਾਲ ਦੀ ਨਾਲ ਸਾਰੇ ਕਰੰਟ ਅਫੇਅਰ ਯਾਦ ਹੁੰਦੇ ਰਹਿਣੇ ਆ, ਤੇ ਫਿਰ ਕੋਈ ਐਗਜ਼ਾਮ ਤੱਕ ਜਾਂਦੇ ਹੋ ਕੋਈ ਪ੍ਰੋਬਲਮ ਰਹਿਣੀ ਹੀ ਨਹੀਂ, ਠੀਕ ਹੈ। ਤਾਂ ਇਹਨਾਂ ਨੂੰ ਧਿਆਨ ਨਾਲ ਪੜ੍ਹਦੇ ਰਹੋ। ਹੁਣ ਜਿਹੜਾ ਅਗਲਾ ਕਰੰਟ ਅਫੇਅਰ ਹੈ ਉਹ ਆਪਣਾ ਹੈਗਾ ਆਰਟਿਕ ਕਾਉਂਸਲ ਬਾਰੇ। ਹੁਣ ਆਰਟਿਕ ਕਾਉਂਸਲ ਹੈ ਕੀ, ਇਹਦੇ ਬਾਰੇ ਆਪਾਂ ਇੱਕ ਵਾਰੀ ਪੜ੍ਹਦੇ ਹਾਂ ਤੇ ਕਿਉਂ ਬਣਾਇਆ ਗਿਆ। ਦੇਖੋ ਜਿਹੜੀ ਤੁਹਾਡੀ ਧਰਤੀ ਹੈ, ਧਰਤੀ ਦਾ ਜਿਹੜਾ ਸਭ ਤੋਂ ਉੱਤੇ ਵਾਲਾ ਹਿੱਸਾ ਹੈ ਤੇ ਸਭ ਤੋਂ ਥੱਲੇ ਵਾਲਾ ਹਿੱਸਾ ਹੈ, ਇਹ ਦੋਨੋਂ ਨਾ ਬਰਫ਼ ਨਾਲ ਜੰਮੇ ਪਏ ਆ। ਉੱਤੇ ਵਾਲੇ ਏਰੀਆ ਨੂੰ ਆਪਾਂ ਕਹਿੰਦੇ ਆ ਆਰਟਿਕ ਤੇ ਥੱਲੇ ਵਾਲੇ ਏਰੀਆ ਨੂੰ ਕਹਿੰਦੇ ਆ ਐਂਟਾਰਕਟਿਕ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਰੰਟ ਅਫੇਅਰ ਆਪਣਾ ਚਾਹੇ ਆਰਟਿਕ ਉੱਤੇ ਹੈ, ਪਹਿਲਾਂ ਮੈਂ ਤੁਹਾਨੂੰ ਐਂਟਾਰਕਟਿਕ ਬਾਰੇ ਵੀ ਦੱਸ ਦਿਆਂ। ਦੇਖੋ ਅਗਲੀ ਵਾਰੀ ਜਦ ਵੀ ਤੁਸੀਂ ਦੁਨੀਆ ਦਾ ਨਕਸ਼ਾ ਦੇਖੋਗੇ ਨਾ, ਦੁਨੀਆ ਦੇ ਨਕਸ਼ੇ 'ਚ ਇੱਕ ਚੀਜ਼ ਦੇਖਿਓ, ਸਾਰੀ ਦੁਨੀਆ ਦੇ ਦੇਸ਼ਾਂ ਨੂੰ ਕੋਈ ਨਾ ਕੋਈ ਰੰਗ ਕਰਕੇ ਬਣਾਇਆ ਹੁੰਦਾ ਉਹ 'ਚ। ਜਿਹੜਾ ਆਹ ਆਰਟਿਕ ਵਾਲਾ ਹਿੱਸਾ ਨਾ ਥੱਲੇ ਵਾਲਾ, ਇਹ ਬਿਲਕੁਲ ਚਿੱਟਾ ਰੰਗ ਕੀਤਾ ਹੁੰਦਾ। ਇੱਥੇ ਇੱਥੇ ਕੋਈ ਵੀ ਜ਼ਮੀਨ ਉੱਤੇ ਕੋਈ ਰੰਗ ਨਹੀਂ ਕੀਤਾ ਹੋਇਆ। ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਬਰਫ਼ ਦਿਖਾ ਰਿਹਾ ਕਿ ਉੱਥੇ ਚਿੱਟਾ ਰੰਗ ਕੀਤਾ, ਨਹੀਂ ਤਾਂ ਫਿਰ ਉੱਤੇ ਵਾਲੇ ਹਿੱਸੇ ਵਿੱਚ ਵੀ ਚਿੱਟਾ ਰੰਗ ਕੀਤਾ ਹੁੰਦਾ। ਇੱਥੇ ਪਰ ਚਿੱਟਾ ਰੰਗ ਕਿਉਂ ਕੀਤਾ ਹੋਇਆ? ਬਹੁਤ ਵੱਡੀ ਜ਼ਮੀਨ ਹੈ ਇੱਥੇ, ਪਰ ਉਹ ਸਾਰੀ ਚਿੱਟਾ ਰੰਗ ਕਿਉਂ ਕੀਤਾ ਹੋਇਆ? ਇਹ ਚਿੱਟਾ ਰੰਗ ਇਹ ਦਿਖਾਉਣ ਲਈ ਕੀਤਾ ਹੋਇਆ ਕਿ ਆਹ ਜਿਹੜਾ ਹਿੱਸਾ ਹੈ ਇਹ ਕਿਸੇ ਵੀ ਦੇਸ਼ ਨੂੰ ਨਹੀਂ
ਬਿਲੋਂਗ ਕਰਦਾ। ਕੋਈ ਵੀ ਮਤਲਬ ਇੱਥੇ ਆਪਣਾ ਦੇਸ਼, ਕੋਈ ਵੀ ਜਿਹੜਾ ਦੇਸ਼ ਆ ਆਪਣਾ ਇੱਥੇ ਦਾਵਾ ਨਹੀਂ ਕਰ ਸਕਦਾ। ਠੀਕ ਹੈ, ਉਹ ਕੋਈ ਵੀ ਆਪਣਾ ਦੇਸ਼ ਇਸ ਜ਼ਮੀਨ ਉੱਤੇ ਆਪਣਾ ਦਾਵਾ ਨਹੀਂ ਕਰ ਸਕਦਾ। ਇਹ ਪੂਰੀ ਦੀ ਪੂਰੀ ਜਿਹੜੀ ਇੱਥੋਂ ਦੀ ਜ਼ਮੀਨ ਹੈ ਉਹ ਪੂਰੀ ਮਨੁੱਖਤਾ ਨੂੰ ਬਿਲੋਂਗ ਕਰਦੀ ਹੈ, ਯਾਨੀ ਹਿਊਮੈਨਿਟੀ ਨੂੰ ਦੇਤੀ ਹੈ। ਇਹ ਸਾਰਿਆਂ ਦੀ, ਸਾਰੇ ਮਨੁੱਖਤਾ ਦੀ ਇੱਕ ਸਾਂਝੀ ਜ਼ਮੀਨ ਹੈ। ਸਾਰਿਆਂ ਦਾ ਇਹਦੇ ਉੱਤੇ ਬਰਾਬਰ ਦਾ ਹੱਕ ਹੈ। ਕੋਈ ਵੀ ਦੇਸ਼ ਆਪਣਾ ਇਹਦੇ ਉੱਤੇ ਦਾਵਾ ਨਹੀਂ ਜੜ ਸਕਦਾ। ਦਾਵਾ ਜੜਨ ਦਾ ਮਤਲਬ ਹੈ ਆਪਣੀ ਫੌਜ ਨਹੀਂ ਇੱਥੇ ਰੱਖ ਸਕਦਾ। ਠੀਕ ਹੈ, ਕੋਈ ਆਪਣੀ ਇੱਥੇ ਕੱਟ ਕੇ ਅੱਡ ਤੋਂ ਕੋਈ ਸਟੇਟ ਜਾਂ ਕੋਈ ਜ਼ਮੀਨ ਹਥਿਆਰ ਨਹੀਂ ਸਕਦਾ। ਇੱਥੇ ਫਿਰ ਕੰਮ ਕਿਹੜੇ ਹੋ ਸਕਦੇ ਆ? ਇੱਥੇ ਸਿਰਫ ਦੋ ਤਰੀਕੇ ਦੇ ਕੰਮ ਹੋ ਸਕਦੇ। ਜਾਂ ਤਾਂ ਲੋਕੀ ਇੱਥੇ ਦੌਰੇ ਤੇ ਜਾ ਸਕਦੇ, ਜੇ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਟੂਰਿਜ਼ਮ ਲਈ ਦੌਰੇ ਤੇ ਜਾ ਸਕਦੇ ਹੋ, ਜਾਂ ਕੋਈ ਵੀ ਵਿਗਿਆਨਕ ਕੰਮ ਜਿਹੜਾ ਹੈਗਾ, ਕੋਈ ਵੀ ਸਾਇੰਟੀਫਿਕ ਕੰਮ ਹੈਗਾ, ਉਹੀ ਉੱਥੇ ਹੋ ਸਕਦਾ। ਤਾਂ ਹੁਣ ਇੱਥੇ ਫਿਰ ਹੋਇਆ ਕੀ ਹੈ, ਸਾਰੀ ਦੁਨੀਆ ਨੇ ਆਪਣੀ ਇੱਥੇ ਲੈਬਸ ਬਣਾ ਲਈਆਂ। ਭਾਰਤ ਦੀਆਂ ਵੀ 2 ਇੱਥੇ ਲੈਬਸ ਹੈਗੀਆਂ। ਤਾਂ ਸਿਰਫ ਜਾਂ ਤਾਂ ਵਿਗਿਆਨਕ ਕੰਮ ਕਰ ਸਕਦੇ ਹੋ ਜਾਂ ਤੁਸੀਂ ਦੌਰੇ ਤੇ ਘੁੰਮਣ ਜਾ ਸਕਦੇ ਹੋ, ਹੋਰ ਇੱਥੇ ਕੋਈ ਕੰਮ ਨਹੀਂ ਹੋ ਸਕਦਾ। ਠੀਕ ਹੈ, ਇਹ ਫਿਰ ਮਤਲਬ ਕੋਈ ਦਾਵਾ ਕਿਉਂ ਨਹੀਂ ਕਰਦਾ? ਐਂਟਾਰਕਟਿਕਾ ਲਈ ਨਾ ਇੱਕ ਅੱਡ ਤੋਂ ਸੰਧੀ ਹੋ ਗਈ ਸੀ ਜਿਹਨੂੰ ਕਹਿੰਦੇ ਆ ਐਂਟਾਰਕਟਿਕਾ ਸੰਧੀ। ਬਸ ਉਹਦੀ ਨਾਮ ਤੇ ਹੀ ਆਈ ਹੋਈ ਹੈ ਐਂਟਾਰਕਟਿਕਾ ਸੰਧੀ। ਇਹਦੇ ਅੰਦਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਇਹਦੇ ਉੱਤੇ ਆਪਣੇ ਸਾਈਨ ਕੀਤੇ ਹੋਏ ਆ ਤੇ ਇਹ ਕਿਹਾ ਹੋਇਆ ਕਿ ਹਾਂ ਅਸੀਂ ਇਸ ਜ਼ਮੀਨ ਉੱਤੇ ਜਾ ਕੇ ਆਪਣਾ ਹਾਂਜੀ ਹਾਂਜੀ ਸਰ ਐਂਟਾਰਕਟਿਕ ਦੇਸ਼ ਸਰ ਜੀ ਇੱਕ? ਐਂਟਾਰਕਟਿਕਾ ਨਾ ਦੇਸ਼ ਨਹੀਂ ਹੈ, ਐਂਟਾਰਕਟਿਕਾ ਜ਼ਮੀਨ ਹੈ। ਇੱਥੇ ਬਹੁਤ ਵੱਡੀ ਨਾ ਇੱਥੇ ਜ਼ਮੀਨ ਹੈ। ਤੁਸੀਂ ਨਕਸ਼ਾ ਦੇਖੋਗੇ ਨਾ, ਇੱਥੇ ਇਹ ਸਾਰੀ ਚਿੱਟੀ ਜ਼ਮੀਨ, ਪੂਰੇ ਬਹੁਤ ਵੱਡੀ ਜ਼ਮੀਨ ਹੈ, ਖਾਲੀ ਪਈ ਹੋਈ ਹੈ। ਇਹ ਬਰਫ਼ ਨਾਲ ਢਕੀ ਹੋਈ ਹੈ ਤੇ ਖਾਲੀ ਪਈ ਹੈ। ਹਾਂਜੀ, ਮੈਪ ਦੇ ਵਿੱਚ ਸਰ ਇਹ ਨੀਚੇ ਵਾਲਾ ਪੋਰਸ਼ਨ ਸ਼ੋ ਹੋ ਰਿਹਾ, ਉੱਪਰ ਵਾਲਾ ਨਹੀਂ ਹੋਇਆ ਜਿਹੜਾ ਤੁਸੀਂ ਉੱਪਰ ਦੱਸਿਆ। ਉੱਤੇ ਵਾਲਾ ਮੈਂ ਪੋਰਸ਼ਨ ਦੱਸਦਾ। ਉੱਤੇ ਵਾਲਾ ਚਿੱਟਾ ਕਿਉਂ ਨਹੀਂ ਸ਼ੋ ਹੁੰਦਾ, ਉਹਦਾ ਵੀ ਕਾਰਨ ਹੈ। ਥੱਲੇ ਵਾਲਾ ਤੁਹਾਨੂੰ ਦਿਖ ਗਿਆ ਨਾ ਮੈਪ ਉੱਤੇ ਕਿ ਚਿੱਟਾ ਬਣਿਆ ਹੋਇਆ। ਬਿਲਕੁਲ ਸਰ ਹੈਗਾ। ਠੀਕ ਹੈ, ਇਹ ਹਜੇ ਮੈਂ ਤਾਂ ਹੀ ਥੱਲੇ ਵਾਲਾ ਦੱਸ ਰਿਹਾ। ਉੱਤੇ ਵਾਲਾ ਨਾ ਥੋੜਾ ਜਿਹਾ ਪੇਚੀਦਾ ਮਾਮਲਾ ਹੈ, ਮੈਂ ਉੱਤੇ ਇਸ ਲਈ ਦੱਸਦਾ। ਇਹ ਜਿੰਨੀਆਂ ਵੀ ਚੀਜ਼ਾਂ ਹੋਈਆਂ, ਕਿਸੇ ਹੋਰ ਨੂੰ ਤਾਂ ਨਹੀਂ ਕੋਈ ਡਾਊਟ? ਓਕੇ ਸਰ, ਓਕੇ। ਠੀਕ ਹੈ, ਠੀਕ ਹੈ। ਤਾਂ ਆਹ ਜਿਹੜੇ ਥੱਲੇ ਵਾਲੀ ਜ਼ਮੀਨ ਹੈ, ਇਹ ਐਂਟਾਰਕਟਿਕਾ ਸੰਧੀ ਦੇ ਅੰਡਰ ਇਹ ਸਾਰੇ ਮਨੁੱਖਤਾ ਨੂੰ ਦੇ ਦਿੱਤੀ ਗਈ ਹੈ। ਇੱਥੇ ਸਿਰਫ ਆਹ ਕੰਮ ਹੋ ਸਕਦੇ ਆ, ਕੋਈ ਆਪਣੀ ਫੌਜ ਕੁਝ ਨਹੀਂ ਰੱਖੋ। ਇਸੇ ਲਈ ਇਹਨੂੰ ਚਿੱਟਾ ਰੰਗ ਕੀਤਾ ਹੋਇਆ ਕਿ ਸਾਰੀ ਮਨੁੱਖਤਾ ਦਾ। ਬਾਕੀ ਸਾਰੇ ਦੇਸ਼ਾਂ ਨੂੰ ਦੇਖੋ ਕੋਈ ਨਾ ਕੋਈ ਰੰਗ ਕੀਤਾ ਹੋਇਆ, ਇਹਨੂੰ ਕੋਈ ਰੰਗ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਸਾਰੀ ਮਨੁੱਖਤਾ ਦੀ ਸਾਂਝੀ ਜ਼ਮੀਨ ਹੈ। ਠੀਕ ਹੈ, ਕੋਈ ਵੀ ਇਹਦੇ ਉੱਤੇ ਆਪਣਾ ਦਾਵਾ ਜਾਂ ਕਬਜ਼ਾ ਨਹੀਂ ਕਰੂਗਾ। ਹੁਣ ਜਿਹੜੀ ਉੱਤੇ ਵਾਲਾ ਆਹ ਆਰਟਿਕ ਏਰੀਆ ਦੀ ਗੱਲ ਹੈ ਨਾ, ਇੱਥੇ ਨਾ ਪਹਿਲਾਂ ਹੀ ਦੇਸ਼ ਆਪਣੇ ਦੁਨੀਆ ਭਰ ਦੀ ਜ਼ਿਆਦਾਤਰ ਨਾ ਦੇਸ਼ ਉੱਤੇ ਨੂੰ ਆ। ਤਾਂ ਇੱਥੇ ਤੁਸੀਂ ਦੇਖੋਗੇ, ਇੱਥੇ ਤੁਹਾਡਾ ਅਮਰੀਕਾ ਦਾ ਕੁਝ ਹਿੱਸਾ, ਅਲਾਸਕਾ ਦਾ ਏਰੀਆ, ਫਿਰ ਕੈਨੇਡਾ ਆ ਜਾਂਦਾ ਹੈ, ਫਿਰ ਗ੍ਰੀਨਲੈਂਡ ਆ ਜਾਂਦਾ ਹੈ, ਫਿਰ ਇੱਥੇ ਦੇਸ਼ ਪਹਿਲਾਂ ਹੀ ਵਸੇ ਹੋਏ ਆ, ਫਿਰ ਤੁਹਾਡਾ ਰੂਸ ਵੀ ਆ ਜਾਂਦਾ ਹੈ। ਇਹ ਸਾਰੇ ਦੇ ਸਾਰੇ ਦੇਸ਼ ਇੱਥੇ ਪਹਿਲਾਂ ਹੀ ਉੱਤੇ ਵਸੇ ਹੋਏ ਆ। ਤਾਂ ਇਹਦੇ ਕਾਰਨ ਹੋ ਕੀ ਰਿਹਾ, ਇਹ ਦੇਸ਼ਾਂ ਨੇ ਇੱਥੇ ਆਸ-ਪਾਸ ਫਿਰ ਛੋਟੇ ਛੋਟੇ ਟਾਪੂ ਵੀ ਹੈਗੇ ਆ ਬਹੁਤ ਸਾਰੇ। ਠੀਕ ਹੈ, ਤਾਂ ਇਹ ਦੇਸ਼ਾਂ ਨੇ ਨਾ ਇਹ ਸਾਰੇ ਟਾਪੂਆਂ ਉੱਤੇ, ਸਾਰੇ ਏਰੀਆ ਉੱਤੇ ਆਪਣਾ ਪਹਿਲਾਂ ਤੋਂ ਹੀ ਦਾਵਾ ਜੜਿਆ ਹੋਇਆ ਕਿ ਆਹ ਵਾਲਾ ਟਾਪੂ ਮੇਰੇ ਆ, ਆਹ ਵਾਲਾ ਪਾਣੀ ਮੇਰਾ। ਇੱਥੇ ਇਸ ਕਾਰਨ ਤੁਹਾਨੂੰ ਕੋਈ ਵੀ ਚਿੱਟਾ ਏਰੀਆ ਨਹੀਂ ਦਿਖਦਾ ਕਿਉਂਕਿ ਸਾਰੇ ਦੇਸ਼ਾਂ ਨੇ ਆਸ-ਪਾਸ ਜਿੰਨੇ ਵੀ ਇਹ ਦੇਸ਼ ਪੈਂਦੇ ਆ, ਇਹ ਸਾਰੇ ਨੇ ਆਪਣੇ ਆਪਣੇ ਦਾਅਵੇ ਜੜੇ ਹੋਏ ਇਹਦੇ ਉੱਤੇ। ਇੱਥੇ ਪਹਿਲਾਂ ਤੋਂ ਕੋਈ ਰਹਿੰਦਾ ਨਹੀਂ ਸੀ। ਜਿਹੜਾ ਐਂਟਾਰਕਟਿਕਾ ਵਾਲਾ ਏਰੀਆ, ਇੱਥੇ ਕੋਈ ਵੀ ਰਹਿੰਦਾ ਨਹੀਂ ਹੈ। ਠੀਕ ਹੈ, ਬਹੁਤ ਹੀ ਠੰਡਾ ਏਰੀਆ, ਇੱਥੇ ਕੋਈ ਵੀ ਰਹਿੰਦਾ ਨਹੀਂ ਹੈ ਸਾਰਾ ਸਾਲ। ਸਿਰਫ ਵਿਗਿਆਨਿਕ ਜਿਹੜੇ ਜਾਂਦੇ ਆ ਬਸ ਉਹੀ ਰਹਿੰਦੇ ਆ, ਹੋਰ ਕੋਈ ਨਹੀਂ ਉੱਥੇ ਰਹਿੰਦਾ। ਇਸ ਕਾਰਨ ਇਹਨੂੰ ਇਹੀ ਬੋਲਿਆ ਗਿਆ ਕਿ ਇੱਥੇ ਫਿਰ ਕੋਈ ਜਾਊਗਾ ਹੀ ਨਹੀਂ। ਇਹਨੂੰ ਸਾਰੀ ਮਨੁੱਖਤਾ ਨੂੰ ਆਪਾਂ ਸੰਭਾਲ ਕੇ ਰੱਖਣ ਲਈ ਇੱਥੇ ਕੋਈ ਜਾਊਗਾ ਹੀ ਨਹੀਂ। ਪਰ ਇੱਥੇ ਤਾਂ ਹਜ਼ਾਰਾਂ ਸਾਲਾਂ ਤੋਂ ਲੋਕੀ ਰਹਿ ਰਹੇ ਉੱਤੇ। ਇਸ ਕਾਰਨ ਇੱਥੇ ਤੁਸੀਂ ਦੇਖੋਗੇ ਇੱਥੇ ਕੋਈ ਚਿੱਟਾ ਏਰੀਆ ਨਹੀਂ ਹੈ। ਇੱਥੇ ਹੁਣ ਸਾਰੇ ਦੇਸ਼ਾਂ ਨੇ ਆਪਣੇ ਆਪਣੇ ਕਬਜ਼ੇ ਕਰਕੇ ਰੱਖੇ ਹੋਏ ਆ। ਤਾਂ ਹੁਣ ਇਹਦੇ ਕਾਰਨ ਹੁੰਦਾ ਕੀ ਆ, ਇਹ ਦੋਨੋਂ ਜਿਹੜੇ ਇਲਾਕੇ ਆ ਨਾ, ਚਾਹੇ ਥੱਲੇ ਵਾਲਾ ਇਲਾਕਾ ਚਾਹੇ ਉੱਤੇ ਵਾਲਾ, ਜੰਮੇ ਹੀ ਦੋਨੋਂ ਹੀ ਹੋਏ ਆ। ਇਹ ਦੋਨੋਂ ਇਲਾਕਿਆਂ ਨੂੰ ਨਾ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਆ। ਕਿਉਂ ਜ਼ਰੂਰੀ ਹੈ ਕਿ ਜੇ ਇੱਥੇ ਹੁਣ ਹੈਗਾ ਕੀ ਹੈ, ਇੱਥੇ ਤੁਹਾਡੇ ਨਾ
ਗਲੇਸ਼ੀਅਰ ਹੀ ਗਲੇਸ਼ੀਅਰ ਹੈ, ਯਾਨੀ ਕਿ ਬਰਫ਼ ਦੇ ਪੂਰੇ ਵੱਡੇ ਵੱਡੇ ਪਹਾੜ, ਨਦੀਆਂ ਜੰਮੀਆਂ ਪਈਆਂ, ਸਭ ਕੁਝ ਜੰਮਿਆ ਪਿਆ, ਸਾਰਾ ਪਾਣੀ ਪਾਣੀ ਜੰਮਿਆ ਪਿਆ, ਗਲੇਸ਼ੀਅਰ ਬਣੇ ਪਏ ਆ, ਬਰਫ਼ ਹੀ ਬਰਫ਼ ਪਈ ਹੋਈ ਹੈ। ਹੁਣ ਹੋਊਗਾ ਕਿ ਬਹੁਤ ਵੱਡੀ ਜਿਹੜੀ ਆਪਣੀ ਅੱਗੇ ਮਨੁੱਖਤਾ ਨੂੰ ਪਰੇਸ਼ਾਨੀ ਆਉਣ ਵਾਲੀ ਹੈ, ਇਹ ਸਾਰੇ ਦੇ ਸਾਰੇ ਜਿੰਨੇ ਵੀ ਗਲੇਸ਼ੀਅਰ ਹੈ ਨਾ ਇੱਥੇ, ਇਹ ਹੁਣ ਹੌਲੀ ਹੌਲੀ ਪਿਘਲੀ ਜਾ ਰਹੇ ਆ। ਇਹਨਾਂ ਦੇ ਪਿਘਲਣ ਨਾਲ ਕੀ ਹੋਊਗਾ, ਆਪਣਾ ਜਿਹੜਾ ਸਮੁੰਦਰ ਹੈ, ਸਮੁੰਦਰ 'ਚ ਲਗਾਤਾਰ ਪਾਣੀ ਵੱਧਦਾ ਰਹੂਗਾ। ਹੁਣ ਜੇ ਸਮੁੰਦਰਾਂ 'ਚ ਆਪਣੇ ਪਾਣੀ ਵੱਧਦਾ ਰਿਹਾ, ਦੁਨੀਆ ਦਾ ਵੈਸੇ ਹੀ 70% ਹਿੱਸਾ ਸਮੁੰਦਰ ਹੈ, ਠੀਕ ਹੈ, 30% ਹੀ ਜ਼ਮੀਨ ਹੈ, ਉਹ ਵੀ ਹੁਣ ਹੋਊਗਾ ਕਿ ਜਿਵੇਂ ਜਿਵੇਂ ਪਾਣੀ ਵਧੂਗਾ, ਜਿਵੇਂ ਆ ਭਾਰਤ ਦੇ ਕੋਨੇ ਆ, ਜਿਹੜਾ ਆਪਣਾ ਆਹਾ ਤਟਵਰੀ ਇਲਾਕਾ ਹੈ, ਤਟਵਰੀ ਖੇਤਰ ਜਿਹੜੇ ਹੈਗੇ ਆ, ਕੋਸਟਲ ਏਰੀਆ ਜਿਹਨੂੰ ਆਪਾਂ ਕਹਿੰਦੇ ਆ, ਇੱਥੇ ਹੋਊਗਾ ਕਿ ਆਪਣੇ ਇੱਥੇ ਲਗਾਤਾਰ ਹੜ੍ਹ ਆਉਣ ਲੱਗ ਜਾਣਗੇ, ਸ਼ਹਿਰਾਂ ਦੇ ਅੰਦਰ ਪਾਣੀ ਆਉਣ ਲੱਗ ਜੂਗਾ। ਕਿਉਂਕਿ ਹੁੰਦਾ ਕੀ ਹੈ, ਪਾਣੀ ਕਦੀ ਵੀ ਇੱਕ ਜਗ੍ਹਾ ਤੇ ਟਿਕਦਾ ਥੋੜੀ ਹੈ। ਹੁਣ ਜੇ ਤੁਸੀਂ ਇੱਕ ਗਲਾਸ ਪਾਣੀ ਦਾ ਭਰਿਆ, ਜੇ ਉਹ ਪੂਰੇ ਉੱਤੇ ਤੱਕ ਭਰ ਗਿਆ, ਪਾਣੀ ਬਾਹਰ ਗਿਰਨਾ ਸ਼ੁਰੂ ਹੋ ਜਾਊਗਾ ਨਾ। ਤਾਂ ਹੁਣ ਇੱਥੇ ਚਲੋ ਗਲਾਸ ਨਹੀਂ ਹੈ, ਪਰ ਆਹੀ ਹੈ ਕਿ ਇੱਥੇ ਜ਼ਮੀਨ ਉੱਤੇ ਪਾਣੀ ਵਧਣਾ ਸ਼ੁਰੂ ਹੋ ਜਾਊਗਾ। ਹੁਣ ਦੁਨੀਆ 'ਚ ਇਹੀ ਚੀਜ਼ ਸਮਝੀ ਜਾ ਰਹੀ ਹੈ ਕਿ 2050 ਤੱਕ ਕਿੰਨਾ ਸਾਰਾ ਜਿਹੜਾ ਆਹ ਤੁਹਾਡਾ ਤਟਵਰੀ ਖੇਤਰ ਹੈ, ਇਹ ਕਿੰਨਾ ਸਾਰਾ ਪਾਣੀ ਦੇ ਅੰਦਰ ਹੋਊਗਾ। ਜਿਵੇਂ ਹੁਣ ਜਿਹੜਾ ਤੁਹਾਡਾ ਮੁੰਬਈ ਸ਼ਹਿਰ ਹੈ, ਇਹ 2050 ਦੇ ਅੰਦਰ ਇਹਦਾ ਇੱਕ ਬਹੁਤ ਵੱਡਾ ਪੋਰਸ਼ਨ ਇਦਾਂ ਦਾ ਹੋਊਗਾ ਜਿੱਥੇ ਆਪਾਂ ਜਾ ਹੀ ਨਹੀਂ ਸਕਦੇ। ਉੱਥੇ ਆਪਣੀ ਮਤਲਬ ਗੋਡਿਆਂ ਤੱਕ ਤਾਂ ਪਾਣੀ ਭਰੇ ਹੀ ਰਹੂਗਾ ਹਰ ਸਮੇਂ। ਤਾਂ ਇਹ ਪਰੇਸ਼ਾਨੀ ਇਸੇ ਲਈ ਆ ਰਹੀ ਹੈ ਕਿਉਂਕਿ ਇੱਥੇ ਆਪਾਂ ਲਗਾਤਾਰ ਇਹਨਾਂ ਨੂੰ ਆਪਾਂ ਮਤਲਬ ਇਹਨਾਂ ਨੂੰ ਪਿਘਲਣ ਤੋਂ ਰੋਕ ਨਹੀਂ ਪਾ ਰਹੇ। ਤਾਂ ਇਹਦੇ ਅੰਦਰ ਆ ਚਲੋ ਥੱਲੇ ਵਾਲਾ ਏਰੀਆ ਤਾਂ ਵੀ ਬਚ ਸਕਦਾ ਕਿਉਂਕਿ ਇੱਥੇ ਇਨਸਾਨਾਂ ਦੀ ਕੋਈ ਮੌਜੂਦਗੀ ਨਹੀਂ ਹੈ, ਪਰ ਉੱਤੇ ਵਾਲੇ ਜਗ੍ਹਾ ਤੇ ਆਪਾਂ ਲਗਾਤਾਰ ਇੱਥੋਂ ਤੇਲ ਵੀ ਕੱਢ ਰਹੇ ਹਾਂ ਸਮੁੰਦਰਾਂ ਦੇ ਅੰਦਰੋਂ, ਠੀਕ ਹੈ, ਹੋਰ ਵੀ ਬਹੁਤ ਸਾਰੀ ਚੀਜ਼ਾਂ ਇੱਥੇ ਕਰ ਰਹੇ ਹਾਂ ਲਗਾਤਾਰ। ਤੇ ਆਪਸ 'ਚ ਕਈ ਵਾਰੀ ਮੁਠਭੇੜ ਵੀ ਹੋ ਜਾਂਦੀ ਹੈ ਕਿਉਂਕਿ ਅਮਰੀਕਾ ਵੀ ਹੈਗਾ, ਰੂਸ ਵੀ ਹੈਗਾ, ਉਹ ਕਈ ਵਾਰੀ ਆਪਸ 'ਚ ਇੱਥੇ ਟਕਰਾਉਣ ਵਾਲੇ ਵੀ ਹੋ ਜਾਂਦੇ ਆ। ਤਾਂ ਇਸ ਕਾਰਨ ਹੁਣ ਇਹ ਚੀਜ਼ਾਂ ਨੂੰ ਬਚਾਉਣ ਲਈ, ਇਹ ਖੇਤਰ ਨੂੰ ਬਚਾਉਣ ਲਈ, ਆਰਟਿਕ ਦੇ ਖੇਤਰ ਨੂੰ ਵੀ ਬਚਾਉਣ ਲਈ ਇੱਥੇ ਬਣਾਇਆ ਗਿਆ ਸੀ ਤੁਹਾਡਾ ਆਰਟਿਕ ਕਾਉਂਸਲ। ਪਰ ਹੁਣ ਆਰਟਿਕ ਕਾਉਂਸਲ ਤੇ ਆਹ ਤੁਹਾਡੀ ਐਂਟਾਰਟਿਕ ਸੰਧੀ ਵਿੱਚ ਇਹ ਫਰਕ ਹੈ, ਇੱਕ ਸੰਧੀ ਹੈ, ਇੱਕ ਸਮਝੌਤਾ ਹੋਇਆ। ਇੱਥੇ ਕੋਈ ਸਮਝੌਤਾ ਨਹੀਂ ਹੋਇਆ, ਇਹਨਾਂ ਨੇ ਬਸ ਇੱਕ ਕਾਉਂਸਲ ਬਣਾ ਲਿਆ ਕਿ ਜਿੰਨੇ ਵੀ ਦੇਸ਼ਾਂ ਦੇ ਇੱਥੇ ਕੋਈ ਵੀ ਜ਼ਮੀਨਾਂ ਜਾਂ ਜਿਹੜੇ ਵੀ ਦੇਸ਼ ਇਸ ਏਰੀਆ 'ਚ ਪੈ ਗਏ ਆ, ਉਹ ਸਾਰੇ ਇਕੱਠੇ ਬੈਠਣ, ਸਾਰੇ ਵਾਰਤਾਲਾਪ ਕਰਨ, ਗੱਲਾਂ ਕਰਨ ਤੇ ਡਿਸਕਸ ਕਰਨ ਕਿ ਕਿੱਦਾਂ ਆਪਾਂ ਇੱਥੋਂ ਦਾ ਵਾਤਾਵਰਣ, ਪ੍ਰਦੂਸ਼ਣ ਤੇ ਸ਼ਾਂਤੀ, ਇਹ ਤਿੰਨੋਂ ਚੀਜ਼ਾਂ ਮਤਲਬ ਸ਼ਾਂਤੀ ਬਣਾਏ ਰੱਖੀਏ, ਪ੍ਰਦੂਸ਼ਣ ਘੱਟ ਕਰਕੇ ਰੱਖੀਏ ਤੇ ਵਾਤਾਵਰਣ ਸੰਭਾਲ ਕੇ ਰੱਖੀਏ। ਇਹ ਸਾਰੀਆਂ ਚੀਜ਼ਾਂ ਤੇ ਆਪਾਂ ਕਿੱਦਾਂ ਕਰ ਸਕਦੇ ਹਾਂ, ਇਹ ਚੀਜ਼ ਹੈ। ਤਾਂ ਤੁਹਾਨੂੰ ਕਦੀ ਐਂਟਾਰਕਟਿਕਾ ਸੰਧੀ ਬਾਰੇ ਕੁਐਸਚਨ ਆ ਗਿਆ ਤਾਂ ਉਹ ਯਾਦ ਰੱਖਿਓ ਕਿ ਉਹ ਸਾਰੀ ਇਨਸਾਨੀਅਤ ਨੂੰ ਬਿਲੋਂਗ ਕਰਦਾ, ਸਾਰੀ ਮਨੁੱਖਤਾ ਨੂੰ ਇਹ ਜ਼ਮੀਨ ਬਿਲੋਂਗ ਕਰਦੀ ਹੈ, ਠੀਕ ਹੈ। ਇਹਦੇ ਉੱਤੇ ਕੋਈ ਵੀ ਦਾਅਵਾ ਨਹੀਂ ਕਰ ਸਕਦਾ, ਕੋਈ ਆਪਣੀ ਫੌਜ ਨਹੀਂ ਇੱਥੇ ਰੱਖ ਸਕਦਾ, ਇਹ ਸਿਰਫ 2 ਕੰਮਾਂ ਲਈ ਹੀ ਯੂਜ਼ ਹੋ ਸਕਦਾ। ਉਹਦੇ ਇਲਾਵਾ ਜੇ ਤੁਹਾਨੂੰ ਆਰਟਿਕ ਦੇ ਬਾਰੇ ਆ ਗਿਆ, ਆਰਟਿਕ ਜਿਹੜੇ ਜਿਹੜੇ ਦੇਸ਼ ਇਹਦੇ ਅੰਦਰ ਪੈਂਦੇ ਆ ਉਹ ਸਾਰੇ ਹੀ ਆਰਟਿਕ ਕਾਉਂਸਲ ਦਾ ਪਾਰਟ ਹੈ, ਠੀਕ ਹੈ। ਇੱਥੇ ਨਾ ਹੁਣ ਦੇਸ਼ਾਂ ਦੀ ਇਹ ਪੂਰੀ ਲਿਸਟ ਦੇਤੀ ਹੈ ਮੈਂ, ਤੁਸੀਂ ਇਹ ਲਿਸਟ ਯਾਦ ਰੱਖਣੀ ਹੈ, ਠੀਕ ਹੈ। ਕੈਨੇਡਾ, ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ, ਰੂਸ, ਸਵੀਡਨ ਤੇ ਤੁਹਾਡਾ ਅਮਰੀਕਾ, ਸੰਯੁਕਤ ਰਾਜ, ਇੱਥੇ ਅਮਰੀਕਾ ਵੀ ਆਣਾ। ਇਹ ਸਾਰੇ ਦੇਸ਼ਾਂ ਦਾ ਆਪਾਂ ਨਾਮ ਯਾਦ ਰੱਖਣਾ। ਇਹੀ ਸਾਰੇ ਦੇਸ਼ ਆ ਜਿਹੜੇ ਆਰਟਿਕ ਦੇ ਏਰੀਆ ਵਿੱਚ ਪੈਂਦੇ ਆ ਜਾਂ ਇਹਨਾਂ ਦੀ ਕੋਈ ਜ਼ਮੀਨ ਉੱਥੇ ਪੈਂਦੀ ਆ, ਤੇ ਇਹੀ ਸਾਰੇ ਆਰਟਿਕ ਕਾਉਂਸਲ ਦੇ ਮੈਂਬਰ ਵੀ ਆ। ਕਲੀਅਰ ਹੈ? ਕੋਈ ਵੀ ਡਾਊਟ ਹੋਵੇ? सर संयुक्त राज्य की अमेरिका नाम? अमेरिका, हाँ जी हाँ जी, कई बार ਉਹਨੂੰ यूएस ਵੀ ਕਹਿ ਦਿੰਦੇ ਆ ਨਾ। यस ਤਾਂ ਬਸ ਠੀਕ ਹੈ, ਤਾਂ यूएसए ਆ ਤੁਹਾਡਾ, ਠੀਕ ਹੈ। ਤਾਂ ਆ ਸੀ ਤੁਹਾਡੇ ਅੱਜ ਦੇ ਸਾਰੇ ਕਰੰਟ ਅਫੇਅਰ।